दद्दा दाता एक है, सबको देवनहार। देंदे टोट न आवई, अगणत भरे भंडार। धन वाहिगुरु साहिब जीओ, श्लोक महला पंजवा। नानक सोई दिनस सुहावड़ा, जित प्रभ आवे चित। जित दिन बिसरै पार ब्रह्म, फिट भलेरी रुत। महला पंजवा। नानक मितराई तिस स्यों, सब किस जिस कै हाथ। कुमित्रा सेई कांडी है, एक बिख न चलै साथ। पौड़ी। अमृत नाम निधान है, मिल पीब हो पाई। जिस सिमरत सुख पाईऐ, सब तिखा बुझाई। कर सेवा पार ब्रह्म, गुर भुख रहै ना काई। सगल मनोरथ पुन्या, अमरा पद पाई। तुद जेबड़ तू है पार ब्रह्म, नानक शरणाई। सगल मनोरथ पुन्या, अमरा पद पाए। तुद जेबड़ तू है पार ब्रह्म, नानक शरणाई। परम सन्मानयोग जुगो जुग अटल चबर तखत दे मालक साहिब सतगुरु धन धन श्री गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सत संगी जनों, बहुत ही वਡਭਾਗੇ ਹਾਂ जो कि रोजाना लड़ीवार कथा विचार दे नाल जुड़ते हाँ। लड़ीवार चल रही कथा विचार गौड़ी की बार महला पंजवा, गुरु ग्रंथ साहिब दा पावन पवित्र अंक 318। आओ गुरमुखो विचारां दी आरंभता करन तो पहला जिन्नी भी संगत गुरु के दरबार अंदर सज के जुड़ के बैठी है, सारी संगत एकाग्रता बनाओ। दोवें हथ जोड़ के बुलंद आवाज विच आखो जी वाहिगुरु जी का खालसा, वाहिगुरु जी की फतेह। सतगुरु धन धन गुरु अर्जन साहिब महाराज अज दे सलोक राही कह रहे ने। सलोक महला पंजवा। नानक सोई दिनस सुहावड़ा, जित प्रभ आवे चित। जित दिन बिसरै पार ब्रह्म, फिट भलेरी रुत। गुरु अर्जन साहिब महाराज ने इत्थे बड़ी प्यारी ते बड़ी कीमती विचार दिती है। सतगुरु महाराज कह रहे ने, हे नानक ओही दिन चंगा सोहना है जिस दिन परमात्मा मन विच बसे। जिस दिन परमात्मा विसर जाता है वो समा मंदा जानो, वो समा
ਹਿਟਕਾਰਯੋਗ ਹੈ। ਅੱਖਰੀ ਅਰਥ ਨੇ ਜੀ ਇਸ ਸ਼ਲੋਕ ਦੀ ਵਿਆਖਿਆ ਜਦੋਂ ਅਸੀਂ ਸਮਾਜ ਨੂੰ ਵੇਖਦੇ ਹਾਂ ਨਾ, ਸਮਾਜ ਅੰਦਰ ਲਾ ਕੇ ਵੇਖਦੇ ਹਾਂ ਸ਼ਲੋਕ ਨੂੰ, ਕਿਉਂਕਿ ਸਾਡੇ ਕੋਲ ਇੱਕੋ ਇੱਕ ਕਸਵੱਟੀ ਹੈ ਗੁਰਬਾਣੀ। ਹਰ ਇੱਕ ਚੀਜ਼ ਨੂੰ ਪਰਖਣ ਦਾ ਤਰੀਕਾ ਗੁਰਬਾਣੀ ਹੈ। ਅਕਸਰ ਮੈਂ ਬੇਨਤੀ ਕਰਦਾ ਵੀ ਜੇ ਅੱਜ ਅਸੀਂ ਸੰਸਾਰ ਅੰਦਰ ਝਾਤ ਮਾਰ ਕੇ ਵੇਖੀਏ ਨਾ, ਗੁਰਬਾਣੀ ਦੀ ਵਿਚਾਰ ਅਸੀਂ ਕਿੰਨੀ ਕੁ ਕਬੂਲ ਕੀਤੀ ਹੈ, ਕਿੰਨੀ ਕੁ ਧਿਆਨ ਵਿੱਚ ਰੱਖੀ ਹੈ, ਕਿੰਨੀ ਕੁ ਗੁਰਬਾਣੀ ਸਾਡੇ ਪਰਿਵਾਰਾਂ ਵਿੱਚ ਲਾਗੂ ਕੀਤੀ ਹੈ। ਅਕਸਰ ਇਹ ਗੱਲ ਆਪਾਂ ਸੁਣਦੇ ਹਾਂ, ਵਿਚਾਰਦੇ ਹਾਂ। ਬੁੱਧੀਜੀਵ ਲੋਕ ਇਹ ਗੱਲ ਕਹਿੰਦੇ ਨੇ ਵੀ ਸਮਾਜ ਸੋਹਣਾ ਤਾਂ ਬਣ ਸਕਦਾ ਹੈ, ਸਮਾਜ ਚੰਗਾ ਤਾਂ ਬਣ ਸਕਦਾ ਜੇ ਬੰਦਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੂਗਾ। ਇੱਥੇ ਸੰਸਾਰ ਅੰਦਰ ਉਲਟ ਹੋ ਰਿਹਾ ਹੈ। ਅਸੀਂ ਸਮਾਜ ਨੂੰ ਬਦਲਣਾ ਤਾਂ ਚਾਹੁੰਦੇ ਹਾਂ, ਪਰ ਸ਼ੁਰੂਆਤ ਕਿਸੇ ਹੋਰ ਤੋਂ ਕਰਦੇ ਹਾਂ। ਸਤਿਗੁਰ ਮਹਾਰਾਜ ਦੀ ਬਾਣੀ ਇਹ ਵੀ ਗੱਲ ਕਹਿੰਦੀ ਹੈ ਨਾ, ਮਹਾਰਾਜ ਵੀ ਕਹਿੰਦੇ ਨੇ ਵੀ ਸ਼ੁਰੂਆਤ ਤੈਨੂੰ ਪਹਿਲਾਂ ਆਪਣੇ ਆਪ ਤੋਂ ਕਰਨੀ ਪਵੇਗੀ। ਕਰ ਮਨ ਮੇਰੇ ਸਤ ਵਿਵਹਾਰ, ਸੱਚਾ ਵਿਹਾਰ, ਚੰਗੀ ਵਿਚਾਰ ਆਪਣੇ ਤੋਂ ਸ਼ੁਰੂ ਕਰਨੀ ਪਵੇਗੀ। ਆਪ ਪਹਿਲਾਂ ਇਮਾਨਦਾਰ ਬਣ ਕੇ ਚੱਲਣਾ ਪਵੇਗਾ, ਫਿਰ ਸਮਾਜ ਵੀ ਚੰਗਾ ਬਣ ਜਾਊਗਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਥੇ ਬੜੀ ਪਿਆਰੀ ਗੱਲ ਆਖੀ, ਜਿਵੇਂ ਸੰਸਾਰ ਅੰਦਰ, ਸਮਾਜ ਅੰਦਰ ਆਪਾਂ ਨਿੱਤ ਹੀ ਕਿੰਨੇ ਕਰਮ ਵੇਖਦੇ ਹਾਂ, ਕਰਮ ਕਾਂਡਾਂ ਦੇ ਵਿੱਚ ਸੰਸਾਰ ਲੁਪਤ ਹੈ। ਕਰਮ ਕਾਂਡਾਂ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ ਬਹਿ ਕੇ ਸੰਸਾਰ ਸੱਚ ਤੋਂ ਥਿੜਕ ਜਾਂਦਾ। ਇੱਕ ਇੱਥੇ ਬੜੀ ਪਿਆਰੀ ਗੱਲ ਆਖੀ ਜੀ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ। ਦਿਨ ਉਹ ਚੰਗਾ ਜਾਣੋ, ਦਿਨ ਉਹ ਚੰਗਾ ਸਮਝੋ ਜਦੋਂ ਮੈਨੂੰ ਪਾਰ ਬ੍ਰਹਮ ਚਿੱਤ ਵਿੱਚ ਮੇਰੇ ਆ ਕੇ ਵਸ ਗਿਆ। ਜਦੋਂ ਮੇਰਾ ਮਨ ਉਸ ਰੱਬ ਦੀ ਭਗਤੀ ਵਿੱਚ ਲੱਗਿਆ ਹੋਇਆ, ਚੰਗੇ ਕੰਮਾਂ ਵਿੱਚ ਲੱਗਿਆ ਹੋਇਆ, ਚੰਗੀ ਵਿਚਾਰ ਕਬੂਲ ਕਰਦਾ, ਉਹ ਦਿਨ ਹੈ ਭਾਵੇਂ ਰਾਤ ਹੈ, ਭਾਵੇਂ ਕੋਈ ਵੀ ਦਿਨ ਹੈ, ਉਹ ਦਿਨ ਚੰਗਾ ਹੈ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ। ਅੱਗੇ ਮਹਾਰਾਜ ਨੇ ਇੱਕ ਸਵਾਲ ਵੀ ਕੀਤਾ ਜੀ। ਮਹਾਰਾਜ ਕਹਿੰਦੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਜਦੋਂ ਪਾਰ ਬ੍ਰਹਮ ਪਰਮਾਤਮਾ ਤੇਰੀ ਜ਼ਿੰਦਗੀ ਵਿੱਚੋਂ ਵਿਸਰ ਗਿਆ ਨਾ, ਫਿਰ ਨਾ ਦਿਨ ਚੰਗਾ ਹੈ ਨਾ ਰੁੱਤ ਚੰਗੀ ਹੈ। ਜੇ ਤੁਸੀਂ ਸਮਾਜਿਕ ਵਰਤਾਰੇ ਦੀ ਗੱਲ ਕਰੋਗੇ ਨਾ ਜੀ, ਵੈਸੇ ਸਾਰੇ ਲੋਕ ਇਹ ਦਾਅਵਾ ਕਰਦੇ ਨੇ ਵੀ ਸਾਡਾ ਇਸ਼ਟ, ਸਾਡਾ ਰਹਿਬਰ ਗੁਰੂ ਗ੍ਰੰਥ ਸਾਹਿਬ। ਚੰਗੀ ਗੱਲ ਆ, ਦਾਅਵਾ ਕਰਨਾ ਚਾਹੀਦਾ, ਆਪਣੇ ਪਿਓ ਤੇ ਮਾਣ ਹੋਣਾ ਚਾਹੀਦਾ ਹੈ, ਪਰ ਇਸ ਪਿਓ ਦੀ ਮੰਨਦਾ ਕੋਈ ਹੈ, ਵਿਰਲਾ ਹੈ। ਮਹਾਰਾਜ ਸਤਿਗੁਰ ਮਹਾਰਾਜ ਕਹਿੰਦੇ ਨੇ ਵੀ ਕੋਟਨ ਮੈਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ, ਨਹੀਂ ਤਾਂ ਬਹੁਤਾ ਸਮਾਜ ਵੇਖਾ ਵੇਖੀ, ਮਹਾਰਾਜ ਕਹਿੰਦੇ ਵੇਖਾ ਵੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ। ਬਹੁਤੇ ਵਿਚਾਰੇ ਜ਼ਿੰਦਗੀ ਇੱਕ ਦੂਜੇ ਨੂੰ ਵੇਖ ਕੇ ਜੀਉਂਦੇ ਨੇ। ਹੁਣ ਥੋੜਾ ਦਿਲ ਕਰੜਾ ਕਰਕੇ, ਮਨ ਮਜ਼ਬੂਤ ਕਰਕੇ ਵਿਚਾਰ ਨੂੰ ਸੁਣੀਏ। ਸਤਿਗੁਰ ਮਹਾਰਾਜ ਨੇ ਇੱਥੇ ਬੜੀ ਪਿਆਰੀ ਗੱਲ ਆਖੀ, ਦਿਨ ਉਹ ਚੰਗਾ ਹੈ ਜਦੋਂ ਪ੍ਰਮਾਤਮਾ ਚੇਤੇ ਹੈ, ਦਿਨ ਉਹ ਮਾੜਾ ਹੈ ਜਦੋਂ ਪ੍ਰਮਾਤਮਾ ਵਿਸਰ ਜਾਂਦਾ। ਵੈਸੇ ਸਾਡੇ ਸਮਾਜ ਅੰਦਰ ਜੀ ਦਿਨਾਂ ਦਾ ਬਹੁਤ ਭਰਮ ਕੀਤਾ ਜਾਂਦਾ, ਖਾਸ ਕਰਕੇ ਮੇਰੀਆਂ ਮਾਤਾਵਾਂ ਭੈਣਾਂ ਧਿਆਨ ਦੇਣ। ਸਾਡੇ ਸੰਸਾਰ ਅੰਦਰ ਨਾ ਦਿਨਾਂ ਦਾ ਬਹੁਤ ਵੱਡਾ ਭਰਮ ਕੀਤਾ ਜਾਂਦਾ ਹੈ। ਪਰਿਵਾਰ ਅੰਦਰ ਜਦੋਂ ਕੋਈ ਬੱਚਾ ਜਨਮਦਾ ਨਾ, ਕੋਈ ਮਰਜ਼ੀ ਦਿਨ ਹੋਵੇ, ਅਸੀਂ ਉਹਨੂੰ ਮਾੜਾ ਨਹੀਂ ਗਿਣਦੇ, ਭਾਵੇਂ ਕੋਈ ਵੀ ਦਿਨ ਹੈ। ਜਦੋਂ ਸਾਡੇ ਸੰਸਾਰ ਅੰਦਰੋਂ ਕੋਈ ਜੀਵ, ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਉਦੋਂ ਦਿਨ ਮਾੜਾ ਗਿਣਿਆ ਜਾਂਦਾ ਹੈ। ਦਿਨਾਂ ਦੀ ਵਿਚਾਰ ਕੀਤੀ ਜਾਂਦੀ ਹੈ ਵੀ ਆਹ ਦਿਨ ਚੰਗਾ ਹੁੰਦਾ ਜੀ, ਆਹ ਦਿਨ ਮਾੜਾ ਹੁੰਦਾ। ਪਰ ਗੁਰੂ ਅਰਜਨ ਸਾਹਿਬ ਤੋਂ ਪੁੱਛ ਕੇ ਵੇਖੋ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਦਿਨ ਚੰਗਾ ਮਾੜਾ ਕੋਈ ਨਹੀਂ ਹੁੰਦਾ। ਬੰਦੇ ਦੀ ਸੋਚਣ ਸ਼ਕਤੀ ਅੰਦਰ ਕੋਈ ਫਰਕ ਹੈ, ਬੰਦੇ ਦੇ ਮਨ ਅੰਦਰ ਕੋਈ ਫਰਕ ਹੈ। ਨਾ ਇੱਥੇ ਮਹਾਰਾਜ ਨੇ ਵਿਸ਼ੇਸ਼ ਕਰਕੇ ਕੋਈ ਦਿਨ ਚੰਗਾ ਬਣਾਇਆ, ਨਾ ਦਿਨ ਕੋਈ ਮਾੜਾ ਬਣਾਇਆ, ਕਿਉਂਕਿ ਸਤਿਗੁਰ ਮਹਾਰਾਜ ਦਾ ਵਚਨ ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਰਾਤੀ ਅਰੁੱਤੀ ਚਿੱਤੀ ਵਾਰ
ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਇਸ ਪੌੜੀ ਦੀ ਕਿਤੇ ਵਿਆਖਿਆ ਪੜ੍ਹਿਓ। ਰਾਤਾਂ ਦੀ ਗੱਲ ਕੀਤੀ ਮਹਾਰਾਜ ਨੇ, ਰੁੱਤਾਂ ਦੀ ਗੱਲ ਕੀਤੀ, ਥਿੱਤਾਂ ਦੀ ਗੱਲ ਕੀਤੀ ਮਹਾਰਾਜ ਨੇ। ਸਭ ਕੁਝ ਸਾਜਿਆ, ਸਭ ਕੁਝ ਬਣਾਇਆ। ਇਹ ਧਰਤੀ ਨੂੰ ਪਤਾ ਮਹਾਰਾਜ ਨੇ ਕੀ ਬਣਾਇਆ? ਧਰਤੀ ਨੂੰ ਧਰਮਸ਼ਾਲ ਬਣਾਇਆ। ਆ ਜਿੰਨੀ ਧਰਤੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਧਰਮਸ਼ਾਲ ਹੈ। ਧਰਮਸ਼ਾਲਾ ਦਾ ਅਰਥ ਇੱਥੇ ਧਰਮ ਕਮਾਉਣਾ ਬੰਦੇ ਨੇ। ਇਹ ਨਹੀਂ ਵੀ ਅੱਗੇ ਅਸੀਂ ਧਰਮ ਕਮਾਵਾਂਗੇ, ਇੱਥੇ ਚੋਰੀਆਂ ਕਰੀ ਜਾਓ, ਠੱਗੀਆਂ ਬੇਈਮਾਨਾਂ ਕਰੀ ਜਾਓ। ਚਲੋ ਜੀ 1 ਸਾਲ ਚੋਰੀ ਕੀਤੀ, ਬੇਈਮਾਨਾ ਕੀਤਾ, ਠੱਗੀ ਕੀਤੀ, ਸਾਲ ਬਾਅਦ ਚਲੋ ਆਪਾਂ ਦੇ ਕਰਾ ਦਾਂਗੇ, ਜਾ ਕੇ ਪਾਠ ਕਰਾ ਦਾਂਗੇ, ਜਾ ਕੇ ਪਾਰ ਉਤਾਰਾ ਹੋ ਜਾਊਗਾ। ਇਸ ਤਰ੍ਹਾਂ ਦੀ ਵਿਚਾਰ ਨਹੀਂ ਹੈ। ਵੱਖ-ਵੱਖ ਧਰਮ ਅੰਦਰ ਹੁੰਦਾ ਸੀ ਵੀ ਬੰਦਾ ਸਾਰੀ ਜ਼ਿੰਦਗੀ ਅਪਰਾਧ ਕਰਦਾ ਸੀ, ਭੈੜੇ ਕਰਮ ਕਰਦਾ ਸੀ, ਚਲੋ ਜੀ ਸਾਲ ਬਾਅਦ ਆਪਾਂ ਤੀਰਥ ਇਸ਼ਨਾਨ ਕਰਾਂਗੇ, ਪਾਪ ਉਤਰ ਜਾਣਗੇ। ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੰਦੀ। ਸਤਿਗੁਰੂ ਮਹਾਰਾਜ ਤਾਂ ਇਹ ਕਹਿੰਦੇ ਨੇ ਜੀਓ ਨਿਰਮਲ ਬਾਹਰੋਂ ਨਿਰਮਲ, ਅੰਦਰੋਂ ਵੀ ਨਿਰਮਲ ਹੋ ਜਾ ਤੇ ਬਾਹਰੋਂ ਵੀ ਨਿਰਮਲ ਹੋ ਜਾ। ਜਿਹੜੀ ਆਪਾਂ ਇੱਥੇ ਵਿਚਾਰ ਕਰ ਰਹੇ ਸੀ, ਵਿਚਾਰ ਨਾਲ ਜੁੜੇ ਸੀ। ਖਾਸ ਕਰਕੇ ਸਾਡੇ ਸੰਸਾਰ ਅੰਦਰ ਬਹੁਤ ਵੱਡਾ ਇਹ ਭਰਮ ਹੈ। ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਅੰਦਰ ਨਾ ਸਤਿਗੁਰੂ ਮਹਾਰਾਜ ਨੇ ਦਿਨਾਂ ਦਾ ਵੀ ਜ਼ਿਕਰ ਕੀਤਾ ਹੈ ਜੀ, ਮਹੀਨਿਆਂ ਦਾ ਜ਼ਿਕਰ ਕੀਤਾ ਹੈ, ਥਿੱਤਾਂ ਵਾਰਾਂ ਦਾ ਜ਼ਿਕਰ ਕੀਤਾ ਹੈ। ਸਾਰੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਲੜੀ ਸਹਿਤ ਆਪਾਂ ਤਹਿਤ ਪੜ੍ਹ ਚੁੱਕੇ ਹਾਂ। ਗੁਰੂ ਸਾਹਿਬ ਨੇ ਕਿਉਂ ਇਹ ਦਿਨ ਵਰਤੇ ਨੇ ਬਾਣੀ ਅੰਦਰ, ਕਿਉਂ 12 ਵਰਤੀਆਂ ਨੇ? ਥਿੱਤਾਂ ਵਾਰਾਂ ਦੀ ਆਪਾਂ ਗੱਲ ਕਰਾਂਗੇ। 12ਵਾਂ ਬਾਣੀ ਆਪਾਂ ਪੜ੍ਹਦੇ ਹਾਂ ਜੀ, ਗੁਰੂ ਅਰਜਨ ਸਾਹਿਬ ਦੀ ਵੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਵੀ ਹੈ। ਤੁਖਾਰੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮਾਝ ਰਾਗ ਦੇ ਅੰਦਰ ਹੈ। ਇਸ ਬਾਣੀ ਦੇ ਅੰਦਰ ਮਹਾਰਾਜ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ। 12 ਮਹੀਨਿਆਂ ਦਾ ਜ਼ਿਕਰ ਕਰਕੇ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਸਮਝਾਇਆ, ਕਿਵੇਂ ਕਿਹੜੇ ਢੰਗ ਨਾਲ ਜ਼ਿੰਦਗੀ ਬਤੀਤ ਕਰਨੀ ਆ। ਥਿੱਤਾਂ ਦੀ ਗੱਲ ਕਰਕੇ ਮਹਾਰਾਜ ਨੇ ਆਖਿਆ ਵੀ ਇਹਨਾਂ ਦੇ ਭਰਮ ਦੇ ਵਿੱਚ ਨਾ ਪੈ, ਇਹਨਾਂ ਨੂੰ ਪੂਜਣਾ ਨਾ ਸ਼ੁਰੂ ਕਰ। ਸਾਡੇ ਸੰਸਾਰ ਨੇ ਪੂਜਣਾ ਸ਼ੁਰੂ ਕਰ ਦਿੱਤਾ। ਮੈਂ ਅਕਸਰ ਬੇਨਤੀ ਕਰਦਾ ਵੀ ਰੱਬ ਸਮਝਣ ਦਾ ਵਿਸ਼ਾ ਹੈ। ਗੁਰਬਾਣੀ ਦੇ ਮੁਤਲਕ ਜੇ ਸੋਚੋਗੇ ਵਿਚਾਰੋਗੇ ਨਾ, ਰੱਬ ਨੂੰ ਸਮਝਣਾ, ਉਹਦੀ ਬਣਾਈ ਕੁਦਰਤ ਨੂੰ ਸਮਝਣਾ। ਅਸੀਂ ਪੂਜਾ ਵਿੱਚ ਪੈ ਗਏ। ਸਾਡਾ ਤਾਂ ਵਿਧਾਨ ਹੀ ਨਹੀਂ ਜੀ ਇਹ। ਸਤਿਗੁਰੂ ਮਹਾਰਾਜ ਦਾ ਆਪਾਂ ਜਿਹੜਾ ਬਚਨ ਪੜ੍ਹ ਰਹੇ ਸੀ, ਵਿਚਾਰ ਰਹੇ ਸੀ, ਮਹਾਰਾਜ ਕਹਿੰਦੇ ਥਿੱਤੀ ਵਾਰ ਸੇਵੈ ਮੁਕਤ ਗਵਾਰ। ਗੁਰੂ ਸਾਹਿਬ ਜੀ ਤਾਂ ਸਿਰੇ ਦਾ ਮੂਰਖ ਤੇ ਗਵਾਰ ਕਹਿੰਦੇ ਨੇ ਜਿਹੜੇ ਬੰਦੇ ਥਿੱਤਾਂ ਵਾਰਾਂ ਨੂੰ ਮੰਨਦੇ ਨੇ ਜੀ। ਹੁਣ ਇੱਥੇ ਆਪਾਂ ਨਿਰਣਾ ਕਰਨਾ, ਨਿਚੋੜ ਸਤਿਗੁਰੂ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ ਵੀ ਅਸਲੀਅਤ ਕੀ ਹੈ, ਸੱਚ ਕੀ ਹੈ। ਪਾਤਸ਼ਾਹ ਦਾ ਆਪਾਂ ਵਚਨ ਪੜ੍ਹਦੇ ਹਾਂ 12ਵਾਂ ਬਾਣੀ ਦੇ ਅੰਦਰ। ਸਤਿਗੁਰੂ ਮਹਾਰਾਜ ਨੇ, ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਇਹ ਵੀ ਕਹਿ ਰਹੇ ਨੇ, ਅਖੀਰ ਦੇ ਵਿੱਚ ਆਪਾਂ ਪੜ੍ਹਦੇ ਹਾਂ ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਸਭ ਕੁਝ ਮਹੀਨਾ ਵੀ ਚੰਗਾ ਹੈ, ਦਿਨ ਵੀ ਚੰਗਾ ਹੈ ਜਦੋਂ ਪ੍ਰਮਾਤਮਾ ਦੀ ਕਿਰਪਾ ਰਹਿਮਤ ਹੋ ਜਾਵੇ। ਇੱਥੇ ਇਹੀ ਗੱਲ ਮਹਾਰਾਜ ਕਹਿ ਰਹੇ ਨੇ, ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿੱਤ। ਉਹ ਦਿਨ ਚੰਗਾ ਹੈ ਜਦੋਂ ਮੈਨੂੰ ਮਾਲਕ ਵਾਹਿਗੁਰੂ ਚੇਤੇ ਆ ਗਿਆ, ਮੇਰੇ ਹਿਰਦੇ ਵਿੱਚ ਵਸ ਗਿਆ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਜਦੋਂ ਰੱਬ ਵਿਸਰ ਜਾਂਦਾ ਨਾ, ਮਾਲਕ ਵਾਹਿਗੁਰੂ ਵਿਸਰ ਜਾਂਦਾ, ਫਿਰ ਰੁੱਤ ਵੀ ਮਾੜੀ ਹੈ, ਸਮਾਂ ਵੀ ਮਾੜਾ ਹੈ। ਵੈਸੇ ਤਾਂ ਬਾਣੀ ਨੇ ਵੀ ਗੱਲ ਆਖੀ ਹੈ ਜੀ, ਸ਼ਗਨ ਅਪਸ਼ਗਨ ਤਿਸ ਕੋ ਲੱਗੈ ਜਿਸ ਚੀਤ ਨ ਆਵੈ। ਸ਼ਗਨ ਤੇ ਅਪਸ਼ਗਨ ਬਾਣੀ ਦੇ ਵਿਸਾਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਹੁੰਦਾ ਜੀ। ਇਤਿਹਾਸ ਵਿੱਚ ਸਾਖੀਆਂ ਵੀ ਬਹੁਤ ਹੁੰਦੀਆਂ ਨੇ। ਸ਼ਗਨ ਅਪਸ਼ਗਨ, ਅਪਸ਼ਗਨ ਕਿਹਨੂੰ ਕਿਹਾ ਜਾਂਦਾ? ਜਦੋਂ ਕੋਈ ਮਾੜਾ ਕੰਮ ਬਣ ਜਾਵੇ। ਸਾਡੇ ਆਮ ਪਰਿਵਾਰਾਂ ਵਿੱਚ ਮਾੜੀ ਮਾੜੀ ਗੱਲ ਦਾ ਵਹਿਮ ਕੀਤਾ ਜਾਂਦਾ ਵੀ ਬੰਦਾ ਕੰਮ ਚੱਲੇ ਨੂੰ ਪਿੱਛੋਂ ਆਵਾਜ਼ ਨਾ ਮਾਰੋ, ਖੌਰੇ ਕੰਮ ਕਿਤੇ ਨਾ ਬਣੇ। ਇਹ ਚੀਜ਼ਾਂ ਦਾ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਵਿਸ਼ਵਾਸ ਨਹੀਂ ਕਰਦੀ। ਗੁਰਬਾਣੀ ਨੇ ਕਿਉਂਕਿ ਇਹ ਚੀਜ਼ ਮੰਨੀ ਨਹੀਂ, ਮਾਨਤਾ ਨਹੀਂ ਦਿੱਤੀ। ਮਹਾਰਾਜ ਕਹਿੰਦੇ ਸ਼ਗਨ ਅਪਸ਼ਗਨ ਤਿਸ ਕੋ ਲੱਗਾ ਚੀਤ ਨਾ ਆਵੈ। ਜਿਹਨੂੰ ਪ੍ਰਮਾਤਮਾ ਚੇਤੇ ਨਹੀਂ ਆਉਂਦਾ, ਜਿਹੜਾ ਬੰਦਾ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ, ਉਹਨੂੰ ਹਿਰਦੇ ਵਿੱਚ ਵਸਾਉਂਦਾ ਨਹੀਂ, ਮਹਾਰਾਜ ਕਹਿੰਦੇ ਉਹੀ ਬੰਦਾ ਚੰਗਾ ਤੇ ਮਾੜਾ ਸਮਾਂ ਮੰਨਦਾ। ਮੈਂ ਗੁਰੂ ਕੇ ਸਿੱਖਾਂ ਦੀ ਗੱਲ ਕਰਾਂ, ਜਦੋਂ
ਪਾਤਸ਼ਾਹ ਦੀ ਵਿਚਾਰ ਨੂੰ ਪੜ੍ਹਦੇ ਹਾਂ, ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ। ਈਵਨ ਜਦੋਂ ਸਾਡੇ ਘਰ ਵਿੱਚ ਪੁੱਤਰ ਦਾ ਵਿਆਹ, ਧੀ ਦਾ ਵਿਆਹ, ਅਸੀਂ ਦਿਨ ਮੁਕਰਰ ਕਰਦੇ ਹਾਂ, ਪੱਕਾ ਕਰਦੇ ਹਾਂ ਦਿਨ, ਵੀ ਆਹ ਦਿਨ ਪੱਕਾ ਕਰ ਦਿੱਤਾ। ਕਈ ਵਾਰ ਉਹ ਦਿਨ ਵੀ ਅਸੀਂ ਪੁੱਛ ਕੇ ਰੱਖਦੇ ਹਾਂ ਵੀ ਕਿਤੇ ਪੰਚਕਾਂ ਤਾਂ ਨਹੀਂ, ਕਿਤੇ ਫਲਾਣੀ ਚੀਜ਼ ਤਾਂ ਨਹੀਂ ਚੜ੍ਹ ਗਈ। ਪਰ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ, ਸਤਿਗੁਰੂ ਮਹਾਰਾਜ ਇਹਨਾਂ ਚੀਜ਼ਾਂ ਤੋਂ ਬੰਦੇ ਨੂੰ ਕੱਢਦੇ ਨੇ, ਕਿਉਂਕਿ ਕੁਝ ਨਹੀਂ ਹੈ, ਇੱਕ ਲੁੱਟਣ ਦਾ ਤਰੀਕਾ ਬਣਾਇਆ ਹੋਇਆ ਜੀ। ਵਿਪਰ ਨੇ, ਪੁਜਾਰੀ ਨੇ ਇੱਕ ਲੁੱਟਣ ਦਾ ਤਰੀਕਾ, ਕਿਸੇ ਵੀ ਰੂਪ ਵਿੱਚ ਬੈਠਿਆ, ਗਾਤਰਾ ਕਿਰਪਾਨ ਪਾ ਕੇ ਵੀ ਵਿਪਰ ਬੈਠਿਆ ਹੋਇਆ ਹੈ। ਸੋਚ ਨਹੀਂ ਬਦਲੀ, ਬਾਹਰੀ ਤੌਰ ਤੇ ਪਹਿਰਾਵਾ ਬਦਲਿਆ, ਪਰ ਸੋਚ ਵਿਪਰ ਵਾਲੀ ਹੈ, ਹਲੇ ਕਰਮਕਾਂਡਾਂ ਵਾਲੀ ਸੋਚ ਹੈ। ਸਤਿਗੁਰੂ ਮਹਾਰਾਜ ਇੱਥੇ ਹੀ ਗੱਲ ਕਹਿ ਰਹੇ ਨੇ, ਭਾਈ ਇਸ ਭਰਮ ਚੋਂ, ਇਸ ਵਹਿਮ ਚੋਂ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ। ਆਪਾਂ ਬੜੇ ਦਾਅਵੇ ਨਾਲ ਸਪਸ਼ਟ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਦੀ ਵਿਚਾਰ ਕਰਦੇ ਹਾਂ, ਪਰ ਫਿਰ ਵੀ ਮਨੁੱਖ ਡੋਲ ਜਾਂਦਾ। ਅਕਸਰ ਬੇਨਤੀ ਕਰਦਾ, ਡੋਲਿਆ ਨਾ ਕਰੋ, ਬਾਣੀ ਦੇ ਬਚਨਾਂ ਤੇ ਚੱਲਿਆ ਕਰੀਏ। ਅੱਗੇ ਮਹਾਰਾਜ ਕਹਿ ਰਹੇ ਨੇ, ਮਹਿਲਾ ਪੰਜਵਾ, ਨਾਨਕ ਮਿਤਰਾਈ ਤਿਸ ਸਿਉ ਸਭ ਕਿਛ ਜਿਸ ਕੈ ਹਾਥ। ਹੇ ਨਾਨਕ, ਉਹਨੂੰ ਮਿੱਤਰ ਬਣਾ ਜਿਹਦੇ ਸਭ ਕੁਝ ਹੱਥ ਵਿੱਚ ਹੈ। ਹੁਣ ਸਭ ਕੁਝ ਹੱਥ ਵਿੱਚ ਕਿਹਦੇ ਆ? ਪਰਮਾਤਮਾ ਦੇ। ਮਹਾਰਾਜ ਕਹਿੰਦੇ ਜੇ ਮਿੱਤਰ ਬਣਾਉਣਾ, ਉਸ ਮਾਲਕ ਵਾਹਿਗੁਰੂ ਨੂੰ ਆਪਣਾ ਪੱਕਾ ਮਿੱਤਰ ਬਣਾ, ਪੱਕਾ ਸਾਥੀ ਬਣਾ। ਅੱਗੇ ਮਹਾਰਾਜ ਕਹਿੰਦੇ, ਕੁਮਿੱਤਰਾਂ ਸੇ ਕਾਂਢੀਆਂ ਇੱਕ ਵਿਖ ਨਾ ਚੱਲੈ ਸਾਥ। ਕੁਮਿੱਤਰ ਕਿਹਨੂੰ ਕਿਹਾ? ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਾਣੀ ਦੇ ਅੰਦਰ, ਪਾਤਸ਼ਾਹ ਜੀ ਸਮਝਾ ਰਹੇ ਨੇ, ਪਰ ਜੋ ਇੱਕ ਕਦਮ ਵੀ ਸਾਡੇ ਨਾਲ ਤੁਰਦੇ ਨੇ ਨਾ, ਉਹ ਕੁਮਿੱਤਰ ਨੇ। ਉਹਨਾਂ ਨਾਲ ਮੋਹ ਨਾ ਵਧਾਓ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਕੁਮਿੱਤਰਾਂ ਨੂੰ ਛੱਡ ਕੇ ਮਿੱਤਰਾਂ ਦਾ ਪੱਲਾ ਫੜ। ਅਸਲ ਦੋਸਤੀ, ਪਾਤਸ਼ਾਹ ਜੀ ਇੱਥੇ ਇੱਕ ਸ਼ਬਦ ਵਰਤ ਰਹੇ ਨੇ, ਹੇ ਨਾਨਕ, ਉਹ ਪ੍ਰਭੂ ਨਾਲ ਦੋਸਤੀ ਪਾਣੀ ਚਾਹੀਦੀ ਹੈ ਜਿਸ ਦੇ ਬਸ ਹਰੇਕ ਗੱਲ ਹੈ। ਪਰ ਅਸੀਂ ਕੁਮਿੱਤਰ ਬਣਾ ਲਏ ਨੇ, ਭੈੜੇ ਮਿੱਤਰ ਬਣਾ ਲਏ ਨੇ ਜੋ ਸਾਡਾ ਜ਼ਿੰਦਗੀ ਅੰਦਰ ਸਾਥ ਨਹੀਂ ਦਿੰਦੇ। ਕੁਮਿੱਤਰ ਨੇ ਜਿਹੜੇ ਅਸਲ ਪੱਕਾ ਮਿੱਤਰ, ਉਹ ਮਾਲਕ ਹੈ ਵਾਹਿਗੁਰੂ। ਹਰਿ ਜਸ ਰੇ ਮਨੰ ਗਾਏ ਲੈ, ਜੋ ਸੰਗੀ ਹੈ ਤੇਰੋ। ਰੱਬ ਦਾ ਨਾਮ ਜੇ ਮਿੱਤਰ ਬਣ ਗਿਆ ਨਾ, ਫਿਰ ਜ਼ਿੰਦਗੀ ਬਤੀਤ ਕਰਨੀ ਸੌਖੀ ਹੋ ਜਾਵੇਗੀ। ਗੁਰੂ ਸਾਹਿਬ ਜੀ ਅੱਗੇ ਕਹਿ ਰਹੇ ਨੇ ਜੀ ਪੌੜੀ ਦੇ ਅੰਦਰ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਨਿਧਾਨ ਦਾ ਅਰਥ ਹੁੰਦਾ ਜੀ ਖਜ਼ਾਨਾ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੀ, ਅੰਮ੍ਰਿਤ ਨਾਮ ਨਿਧਾਨ ਹੈ। ਅੰਮ੍ਰਿਤ ਨਾਮ ਦਾ ਖਜ਼ਾਨਾ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ, ਮਿਲ ਪੀਵੋ ਭਾਈ, ਮਿਲ ਕੇ ਇਸ ਖਜ਼ਾਨੇ ਨੂੰ ਪੀਆ ਕਰੋ। ਖਜ਼ਾਨਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਪੀਣਾ ਕਿਹਨੇ? ਮਨ ਨੇ। ਭਾਵ ਇਸ ਬਾਣੀ ਨੂੰ, ਇਸ ਬਾਣੀ ਦੀ ਵਿਚਾਰ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਵਸਾਇਆ ਕਰੋ। ਜਿਸ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ। ਜਿਹਦੇ ਸਿਮਰਦਿਆਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅੰਦਰ ਦੀ ਜਿਹੜੀ ਤਿਖਾ ਹੈ, ਮਾਇਆ ਦੀ ਤਰੇ ਬੁਝ ਜਾਂਦੀ ਹੈ ਅੰਮ੍ਰਿਤ ਨਾਮ ਪੀ ਕੇ। ਗਲਤ ਪਾਸੇ ਦੀ ਖਿੱਚ ਨਿਕਲ ਜਾਂਦੀ ਹੈ ਜ਼ਿੰਦਗੀ ਵਿੱਚੋਂ। ਕਰ ਸੇਵਾ ਪਾਰ ਬ੍ਰਹਮ, ਗੁਰ ਭੁੱਖ ਰਹਿ ਨਾ ਕਾਈ। ਮਹਾਰਾਜ ਕਹਿੰਦੇ ਸੇਵਾ ਕਰਕੇ ਉਸ ਮਾਲਕ ਵਾਹਿਗੁਰੂ ਦੀ ਨਾ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿੰਦੀ, ਖਤਮ ਹੋ ਜਾਂਦੀ ਹੈ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਕਹਿ ਰਹੇ ਨੇ, ਸਾਰੇ ਜਿਹੜੇ ਕੰਮ ਸੀ ਪੂਰੇ ਹੋ ਗਏ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਉਹ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ਼ ਨਹੀਂ ਹੁੰਦੀ, ਅਮਰ ਹੋਣ ਵਾਲੀ ਅਵਸਥਾ। ਪਾਤਸ਼ਾਹ ਜੀ ਕਹਿ ਰਹੇ ਨੇ, ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸ਼ਰਨਾਈ ਤੁਧ ਜੇਵੜ। ਤੇਰੇ ਵਰਗਾ ਤੂੰ ਹੈ ਪਾਰ ਬ੍ਰਹਮ, ਤੂੰ ਹੀ ਹੈ ਮੇਰੇ ਮਾਲਕ ਵਾਹਿਗੁਰੂ। ਨਾਨਕ ਸ਼ਰਨਾਈ, ਨਾਨਕ ਵੀ ਤੇਰੀ ਸ਼ਰਨ ਵਿੱਚ ਰਹਿੰਦਾ ਹੈ। ਆਪਾਂ 2 ਸ਼ਲੋਕਾਂ ਦੀ ਤੇ 1 ਪੌੜੀ ਦੀ ਵਿਚਾਰ ਕੀਤੀ ਹੈ ਜੀ। ਗੁਰੂ ਸਾਹਿਬ ਨੇ ਸ਼ਲੋਕਾਂ ਦੇ ਅੰਦਰ ਪਹਿਲਾ ਜਿਹੜਾ ਸ਼ਲੋਕ ਵਿਚਾਰਿਆ ਸੀ, ਉਹ ਦਿਨ ਬਾਰੇ ਗੱਲ ਕੀਤੀ ਹੈ। ਦਿਨ ਚੰਗਾ ਕਿਹੜਾ ਹੁੰਦਾ ਹੈ ਤੇ ਮਾੜਾ ਦਿਨ ਕਿਹੜਾ ਹੁੰਦਾ ਹੈ। ਦੂਸਰੇ ਸ਼ਲੋਕ ਅੰਦਰ ਇਹ ਗੱਲ ਕੀਤੀ ਹੈ,
ਅੰਮ੍ਰਿਤ ਨਾਮ ਪੀਣਾ ਕਿਵੇਂ ਹੈ। ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਜਿਹੜੀ ਗੱਲ ਕੀਤੀ ਹੈ ਅੰਮ੍ਰਿਤ ਨਾਮ ਪੀਣ ਦੀ, ਸੱਚਾ ਮਿੱਤਰ ਕਿਹਨੂੰ ਬਣਾਉਣਾ ਹੈ, ਸ਼ਲੋਕ ਅੰਦਰ ਗੱਲ ਕੀਤੀ ਹੈ। ਗੁਰੂ ਕਿਰਪਾ ਕਰੇ ਜੀ। ਇਸੀ ਰੂਟੀਨ ਦੇ ਵਿੱਚ ਜਿਹੜੀ ਆਪਾਂ ਲੜੀਵਾਰ ਵਿਚਾਰ ਕਰਦੇ ਹਾਂ, ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ, ਕਰਮ ਕਾਂਡਾਂ ਦਾ ਖਹਿੜਾ ਛੱਡੀਏ ਜੀ। ਸਾਡਾ ਜੇ ਸਮਾਜ ਪੂਰੇ ਭਾਰਤ ਵਰਸ਼ ਦੀ ਗੱਲ ਕਰਾਂਗੇ ਨਾ, ਕਿਉਂ ਪਿੱਛੇ ਜਾ ਰਿਹਾ? ਕਿਉਂਕਿ ਸਾਡੇ ਸੰਸਾਰ ਅੰਦਰ ਕਰਮ ਕਾਂਡ ਬਹੁਤ ਜ਼ਿਆਦੇ ਨੇ। ਜਿੰਨਾ ਚਿਰ ਸਾਡੇ ਸੰਸਾਰ ਅੰਦਰੋਂ ਕਰਮ ਕਾਂਡ, ਪਰਿਵਾਰਾਂ ਦੀ ਗੱਲ ਕਰ ਲਓ ਭਾਵੇਂ, ਨਿੱਕੀ ਨਿੱਕੀ ਗੱਲ ਤੇ ਕਿੱਡੇ ਕਿੱਡੇ ਕਰਮ ਕਾਂਡ ਕੀਤੇ ਜਾਂਦੇ ਨੇ। ਜਦੋਂ ਸਾਡੇ ਸੰਸਾਰ ਅੰਦਰੋਂ, ਪਰਿਵਾਰ ਅੰਦਰੋਂ ਕਰਮ ਕਾਂਡ, ਵਹਿਮ ਭਰਮ ਦੂਰ ਹੋ ਗਏ ਨਾ, ਫਿਰ ਆਪੀ ਅਸੀਂ ਉਚਾਈ ਵੱਲ ਜਾਵਾਂਗੇ। ਨਿਮਾਣਤਾ ਵੱਲ ਆਉਣ ਦਾ ਹੀ ਕਾਰਨ ਆ ਵੀ ਅਸੀਂ ਕਰਮ ਕਾਂਡ ਨਹੀਂ ਤਿਆਗ ਰਹੇ, ਛੱਡ ਨਹੀਂ ਰਹੇ। ਅੱਗੇ ਆਪਾਂ ਜਿਹੜੀ ਲੜੀਵਾਰ ਵਿਚਾਰ ਕਰਦੇ ਹਾਂ ਜੀ, ਗੁਰੂ ਅਰਜਨ ਸਾਹਿਬ ਦੇ ਜੀਵਨ ਬਾਰੇ ਲੜੀਵਾਰ ਵਿਚਾਰ ਚੱਲ ਰਹੀ ਹੈ। ਕੱਲ ਪਰਸੋਂ ਦੇ ਦੀਵਾਨਾਂ ਵਿੱਚ ਆਪਾਂ ਵਿਚਾਰ